ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜ਼ਿਲ੍ਹਾ ਜਲੰਧਰ ਦੇ ਬਲਾਕ ਰੁੜਕਾ ਕਲਾਂ ਦੇ ਵਿੱਚ, ਜਿੱਥੇ ਬਹੁਤ ਸਾਰੇ ਪਿੰਡਾਂ ਤੋਂ ਸੂਝਵਾਨ ਕਿਸਾਨ ਵੀਰ, ਕਿਸਾਨ ਬੀਬੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਮਾਹਰ ਇਕੱਠੇ ਹੋਏ ਆ। ਵਿਸ਼ਾ ਹੈ ਉਹੀ ਝੋਨੇ ਦੀ ਪਰਾਲੀ ਨੂੰ ਸਾਂਭਣ ਦਾ। ਸਾਰੇ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਸਵਾਲ ਹੈ ਇਸ ਵੇਲੇ, ਕਿਉਂਕਿ ਸੀਜ਼ਨ ਆ ਜਿਹੜਾ ਉਹ ਕਣਕ ਦੀ ਬਿਜਾਈ ਦਾ ਚੱਲ ਰਿਹਾ ਅਤੇ ਪਰਾਲੀ ਨੂੰ ਜ਼ਮੀਨ ਦੇ ਵਿੱਚੇ ਵਾਹੁਣ ਦਾ ਸੀਜ਼ਨ ਹੈ ਜਿਹੜਾ ਚੱਲ ਰਿਹਾ। ਸੋ ਇਹ ਜਿਹੜੇ ਮਨ ਦੇ ਵਿੱਚ ਕਿਸਾਨਾਂ ਦੇ ਸਵਾਲ ਨੇ ਉਹ ਆਏ ਹੋਏ ਮਾਹਰਾਂ ਨੂੰ ਕਰਨਗੇ ਅਤੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਦੇਣਗੇ ਸਾਡੇ ਮਾਹਰ। ਸੋ ਜਿਹੜੇ ਅੱਜ ਦੇ ਸਾਡੇ ਇੱਥੇ ਮਾਹਰ ਪਹੁੰਚੇ ਹੋਏ ਨੇ ਇਸ ਬਲਾਕ ਦੇ ਕੈਂਪ ਦੇ ਵਿੱਚ, ਉਹਨਾਂ ਦੇ ਨਾਲ ਮੈਂ ਤੁਹਾਡੀ ਪਹਿਲਾਂ ਇੰਟਰੋਡਕਸ਼ਨ ਕਰਵਾ ਦਿਆਂ। ਰਮਨਦੀਪ ਜੀ ਨੇ ਖੇਤੀਬਾੜੀ ਵਿਕਾਸ ਅਫਸਰ ਇਹ ਬਲਾਕ ਰੁੜਕਾ ਕਲਾਂ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ। ਇਹਨਾਂ ਨੂੰ ਬੇਨਤੀ ਕਰੂੰਗਾ ਕਿ ਥੋੜ੍ਹਾ ਜਿਹਾ ਆਪਣੇ ਮਹਿਕਮੇ ਸੰਬੰਧੀ ਜਾਣਕਾਰੀ ਦਿਓ ਸਾਡੇ ਵਿਭਾਗ ਨੂੰ, ਸਾਡੇ ਕਿਸਾਨਾਂ ਨੂੰ, ਕਿ ਉਹ ਕੀ ਤੁਹਾਡੀ ਵਿਭਾਗ ਹੈ ਜਿਹੜਾ ਉਹਨਾਂ ਦੇ ਲਈ ਕਰ ਰਿਹਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਦਾ ਜਿਹੜਾ ਮੁੱਖ ਕੰਮ ਹੈ ਉਹ ਹੈ ਕਿਸਾਨਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਜੋ ਵੀ ਉਹਨਾਂ ਨੂੰ ਦਿੱਕਤ ਆਉਂਦੀ ਹੈ, ਜੋ ਵੀ ਪਰੇਸ਼ਾਨੀ ਆਉਂਦੀ ਹੈ, ਉਹਦਾ ਹਰ ਤਰੀਕੇ ਨਾਲ ਅਸੀਂ ਉਹਨਾਂ ਦੀ ਸਹਾਇਤਾ ਕਰਦੇ ਹਾਂ। ਉਹ ਚਾਹੇ ਫਿਰ ਹੁਣ ਕਣਕ ਦੀ ਬਿਜਾਈ ਦਾ ਸੀਜ਼ਨ ਹੋਵੇ, ਚਾਹੇ ਫਿਰ ਹੁਣ ਪਿੱਛੇ ਜੇ ਝੋਨੇ ਦੀ ਵਾਢੀ ਚੱਲ ਰਹੀ ਹੈ ਉਹਦੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਹੋਵੇ, ਉਹ ਸਾਰੇ ਕੰਮ ਖੇਤੀਬਾੜੀ ਵਿਭਾਗ ਦੀ ਦੇਖ ਰੇਖ ਹੇਠ ਹੁੰਦੇ ਨੇ। ਅਤੇ ਹੋਰ ਵੀ ਕਿਸਾਨ ਵੀਰਾਂ ਨੂੰ ਜੇਕਰ ਕੋਈ ਦਿੱਕਤ ਹੁੰਦੀ ਆ, ਕੋਈ ਕੀੜੇ ਮਾਰ ਦਵਾਈਆਂ ਸੰਬੰਧੀ ਸਿਫਾਰਿਸ਼ ਲੈਣੀ ਹੋਵੇ ਜਾਂ ਫਿਰ ਕੁਝ ਬਿਮਾਰੀ ਆ ਗਈ ਹੋਵੇ ਤਾਂ ਉਸ ਲਈ ਸਾਡਾ ਮਹਿਕਮਾ ਹਾਜ਼ਰ ਹੈ। ਸੋ ਅਗਲੇ ਮਾਹਰ ਨੇ ਸਾਡੇ ਵਿਚਕਾਰ ਇੰਜੀਨੀਅਰ ਰੁਪਿੰਦਰ ਚੰਦੇਲ ਜੀ, ਕਿਉਂਕਿ ਪਰਾਲੀ ਦਾ ਜ਼ਮੀਨ ਨੂੰ ਸਾਂਭਣ ਦੇ ਵਿੱਚ ਹੁਣ ਮੌਕਾ ਚੱਲ ਰਿਹਾ ਇਸ ਵੇਲੇ। ਸੋ ਇੰਜੀਨੀਅਰ ਚੰਦੇਲ ਜੀ ਤੋਂ ਪੁੱਛਾਂਗੇ, ਥੋੜ੍ਹਾ ਜਿਹਾ ਜਾਣਕਾਰੀ ਦਿਓ ਕਿ ਪਿੰਡਾਂ ਦੇ ਵਿੱਚ ਤੁਸੀਂ ਇਸ ਵੇਲੇ ਕੀ ਕਰ ਰਹੇ ਹੋ। ਸਾਡੇ ਜਿਵੇਂ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਵੱਲੋਂ ਜਲੰਧਰ ਦੇ ਜਿਹੜੇ ਵੱਖ-ਵੱਖ ਬਲਾਕਾਂ ਦੇ ਵਿੱਚ ਜਿਹੜੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ। ਇਸ ਤੋਂ ਇਲਾਵਾ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਨੇ। ਜਿਹੜੇ ਸਕੂਲ ਦੇ ਵਿੱਚ ਪ੍ਰੋਗਰਾਮ ਹੈਗੇ ਆ ਪਰਾਲੀ ਨੂੰ ਸੰਭਾਲਣ ਸੰਬੰਧੀ, ਤਾਂ ਕਿ ਬੱਚਿਆਂ ਦੇ ਵਿੱਚ ਅਵੇਅਰਨੈਸ ਆਵੇ ਤੋਂ ਅੱਗੇ ਆਪਣੇ ਜਿਹੜੇ ਪੇਰੈਂਟਸ ਨੂੰ ਜਾਗਰੂਕ ਕਰਨ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਮਸ਼ੀਨਾਂ ਜਿਹੜੀਆਂ ਕਿਸਾਨਾਂ ਨੂੰ ਪ੍ਰਦਰਸ਼ਨੀ ਦੇ ਤੌਰ 'ਤੇ ਵੀ ਦਿੱਤੀਆਂ ਜਾਂਦੀਆਂ ਨੇ, ਅਤੇ ਅਸੀਂ ਖੁਦ ਆਪਣੀ ਪ੍ਰੈਜੈਂਸ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਹੈਪੀ ਸੀਡਰ ਮਸ਼ੀਨ ਆ ਜਾਂ ਮਲਚਰ ਆ ਜਾਂ ਪਲੋ ਆ ਜਾਂ ਕੋਈ ਵੀ ਕਿਸੇ ਤਰੀਕੇ ਨਾਲ ਵੀ ਪਰਾਲੀ ਦਾ ਜਿਹੜਾ ਉਹਨਾਂ ਦਾ ਅਸੀਂ ਹੱਲ ਜਿਹੜਾ ਕਰਨ 'ਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜੇ ਹੈਗੇ ਟਰਾਇਲ ਲਵਾ ਰਹੇ ਹਾਂ। ਇਸ ਤੋਂ ਅਗਲੇ ਮਾਹਰ ਨੇ ਸਾਡੇ ਵਿਚਕਾਰ ਡਾਕਟਰ ਸੰਜੀਵ ਕੁਮਾਰ ਜੀ, ਜਿਹੜੇ ਡਾਇਰੈਕਟਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ, ਕੀੜੇ ਮਕੌੜਿਆਂ ਦੇ ਮਾਹਰ ਨੇ। ਅਤੇ ਥੋੜ੍ਹੀ ਜਾਣਕਾਰੀ ਇਹਨਾਂ ਤੋਂ ਆਪਾਂ ਲੈਂਦੇ ਹਾਂ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਦੇ ਲਈ ਕੀ ਕਰ ਰਿਹਾ। ਕ੍ਰਿਸ਼ੀ ਵਿਗਿਆਨ ਕੇਂਦਰ ਦਾ ਸਾਡੇ ਜਿਹੜਾ ਮੁੱਖ ਉਦੇਸ਼ ਹੈ ਕਿ ਜਿੰਨੇ ਵੀ ਸਹਾਇਕ ਧੰਦੇ ਨੇ, ਚਾਹੇ ਉਹ ਹਾਰਟੀਕਲਚਰ ਨਾਲ ਰਿਲੇਟਡ ਨੇ, ਚਾਹੇ ਮਧੂ ਮੱਖੀ ਪਾਲਣ ਹੈ, ਚਾਹੇ ਉਹ ਮਸ਼ਰੂਮ ਦੀ ਜਿਹੜੀ ਖੁੰਭਾਂ ਦੀ ਕਾਸ਼ਤ ਹੈ ਉਹ ਕਰਨੀ ਹੈ, ਉਹ ਸਾਰੀਆਂ ਟ੍ਰੇਨਿੰਗਾਂ ਜਿਹੜੀਆਂ ਹੈਗੀਆਂ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜਾ ਹੈਗਾ ਉਹ ਦਿੰਦਾ। ਇਸ ਤੋਂ ਇਲਾਵਾ ਜਿਹੜਾ ਸਾਡਾ ਦੂਜਾ ਮੁੱਖ ਉਦੇਸ਼ ਹੈ ਕਿ ਅਸੀਂ ਜਿਹੜੇ ਸੁਧਰੇ ਹੋਏ ਬੀਜ ਹੈ ਉਹਨਾਂ ਦਾ ਉਤਪਾਦਨ ਕਰਦੇ ਹਾਂ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਜ਼ਿਲ੍ਹੇ ਦੇ ਜਿਹੜੇ ਕਿਸਾਨ ਹੈ ਉਹਨਾਂ ਤੱਕ ਜਿਹੜਾ ਸੁਧਰਿਆ ਹੋਇਆ ਬੀਜ ਹੈ ਉਹ ਅਸੀਂ ਪਹੁੰਚਾਉਂਦੇ ਹਾਂ, ਚਾਹੇ ਉਹ ਕਣਕ ਦਾ ਹੋਵੇ, ਝੋਨੇ ਦਾ ਹੋਵੇ, ਜਾਂ ਕਿਸੇ ਵੀ ਜਿਵੇਂ ਜਿਹੜਾ ਪਿਆਜ਼ਾਂ ਦਾ ਕਣ ਹੈ ਉਹਦੀ ਵੀ ਜਿਹੜੀ ਹੈਗੀ ਹੈ ਉਹ ਅਸੀਂ ਉਤਪਾਦਨ ਕਰਦੇ ਹਾਂ ਅਤੇ ਜਿਹੜਾ ਇਹ ਕਿਸਾਨਾਂ ਵੀਰਾਂ ਤੱਕ ਪਹੁੰਚਾਉਂਦੇ ਹਾਂ। ਸੋ ਤੀਸਰਾ ਜਿਹੜਾ ਸਾਡਾ ਮੁੱਖ ਉਦੇਸ਼ ਹੈ ਕਿ ਅਸੀਂ ਜਿਹੜੀਆਂ ਪ੍ਰਦਰਸ਼ਨੀਆਂ ਨੇ, ਪਹਿਲੇ ਕਤਾਰ ਦੀਆਂ ਪ੍ਰਦਰਸ਼ਨੀਆਂ ਜਿਹੜੀਆਂ, ਜਿਵੇਂ ਕਿ ਕੋਈ ਨਵੀਂ ਵੈਰਾਈਟੀ ਆ ਜਾਏ ਉਹ, ਜਾਂ ਕੋਈ ਨਵੀਂ ਟੈਕਨੋਲੋਜੀ ਜਿਵੇਂ ਕਿ ਮਸ਼ੀਨਾਂ ਦੀ ਗੱਲ ਹੀ ਕਰ ਲਈਏ, ਉਹ ਅਸੀਂ ਕਿਸਾਨਾਂ ਦੇ ਜਾ ਕੇ ਜਿਹੜੀਆਂ ਹੈਗੀਆਂ ਉਹ ਪਿੰਡਾਂ ਦੇ ਵਿੱਚ ਲਵਾਉਂਦੇ ਹਾਂ। ਡਾਕਟਰ ਨਰਿੰਦਰ ਕਲਸੀ ਜੀ, ਜਿਹੜੇ ਐਡੀਸ਼ਨਲ ਡਾਇਰੈਕਟਰ ਨੇ ਹਾਰਟੀਕਲਚਰ ਦੇ, ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਇਹਨਾਂ ਦਾ ਵਿਭਾਗ ਕਿਸਾਨਾਂ ਦੇ ਲਈ ਕੀ ਕਰ ਰਿਹਾ। ਚੌਹਾਨ ਸਾਹਿਬ, ਮੇਰਾ ਵਿਭਾਗ ਬਾਗਬਾਨੀ ਵਿਭਾਗ ਪੰਜਾਬ, ਮਾਨਯੋਗ ਡਾਇਰੈਕਟਰ ਸ਼੍ਰੀਮਤੀ ਸ਼ੈਲਿੰਦਰ ਕੌਰ ਜੀ IFS, ਉਹਨਾਂ ਦੀ ਰਹਿਨਮਾਈ ਥੱਲੇ ਕਿਸਾਨਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਆ। ਮੇਰਾ ਵਿਭਾਗ ਹਮੇਸ਼ਾ ਕਿਸਾਨਾਂ ਨੂੰ ਨਵੇਂ ਬਾਗ ਲਗਾਉਣ, ਸਬਜ਼ੀਆਂ ਦੀ ਪੈਦਾਵਾਰ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ ਔਰ ਇਹਦੇ ਨਾਲ ਫੁੱਲਾਂ ਦੀ ਕਾਸ਼ਤ ਔਰ ਮਸਾਲੇਦਾਰ ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਦੀ ਕਾਸ਼ਤ ਵਾਸਤੇ ਮੇਰਾ ਵਿਭਾਗ ਹਮੇਸ਼ਾ ਹੀ ਕਿਸਾਨਾਂ ਨੂੰ ਜਾਗਰੂਕ ਕਰਦਾ। ਜਿਹੜੀਆਂ ਵੱਖ-ਵੱਖ ਟ੍ਰੇਨਿੰਗਾਂ ਹੈਗੀਆਂ ਉਹ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਰਾਹੀਂ ਅਸੀਂ ਉਹ ਕਿਸਾਨਾਂ ਵਾਸਤੇ ਟ੍ਰੇਨਿੰਗਾਂ ਦਾ ਪ੍ਰਬੰਧ ਕਰਦੇ ਹਾਂ। ਅਗਲੇ ਮਾਹਰ ਨੇ ਸਾਡੇ ਵਿਚਕਾਰ ਡਾਕਟਰ ਮਨਿੰਦਰ ਜੀ, ਪ੍ਰਿੰਸੀਪਲ ਸਾਇੰਟਿਸਟ ਨੇ, ਸੀਨੀਅਰ ਮੋਸਟ ਅਗਰੋਨੋਮੀ ਦੇ। ਫਾਰਮ ਸਲਾਹਕਾਰ ਸੇਵਾ ਸੈਂਟਰ ਹੈ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਉਹਦੇ ਇੰਚਾਰਜ ਨੇ। ਇਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਸੈਂਟਰ ਆ ਉਹ ਕਿਸਾਨਾਂ ਦੇ ਲਈ ਕੀ ਕਰ ਰਿਹਾ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਫਾਰਮ ਸਲਾਹਕਾਰ ਸੇਵਾ ਕੇਂਦਰ ਉਹ ਯੂਨੀਵਰਸਿਟੀ ਦੀ ਸਾਇੰਸ ਔਰ ਕਿਸਾਨੀ ਲੋੜ 'ਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ਜੀ। ਜਿੱਥੇ ਯੂਨੀਵਰਸਿਟੀ 'ਚ ਹੋਈ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਂਦਾ ਹੈ, ਉੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਯੂਨੀਵਰਸਿਟੀ ਤੱਕ ਪਹੁੰਚਾ ਕੇ ਯੂਨੀਵਰਸਿਟੀ ਦੀ ਖੋਜ ਨੂੰ ਅਸੀਂ ਉਸ ਪਾਸੇ ਵੱਲ ਨੂੰ ਤੋਰਦੇ ਹਾਂ। ਇਹ ਜ਼ਰੂਰੀ ਨਹੀਂ ਕਿ ਹਰ ਕਿਸਾਨ ਜਿਹੜਾ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੜ੍ਹੇ, ਇਸ ਕਰਕੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਖੋਲ੍ਹਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਦੇ ਕਿਸਾਨ ਜਿਹੜੇ ਆ ਉੱਥੇ ਸਾਇੰਸਦਾਨਾਂ ਨੂੰ ਮਿਲ ਕੇ ਆਪਣੀ ਮੁਸ਼ਕਲ ਦੀ ਜਿਹੜੀ ਉੱਥੇ ਹੀ ਹੱਲ ਕਰ ਸਕਣ। ਜੇ ਕੋਈ ਮੁਸ਼ਕਲ ਜ਼ਿਆਦਾ ਬਣਦੀ ਹੈ ਜਾਂ ਕੁਛ ਨਵੀਂ ਚੀਜ਼ ਕਿਸਾਨਾਂ ਦੇ ਖੇਤਾਂ 'ਚ ਦੇਖਣ 'ਚ ਆਉਂਦੀ ਹੈ ਤਾਂ ਫਿਰ ਉਹਦੀ ਫੀਡਬੈਕ ਜਿਹੜੀ ਹੈ ਉਹ ਅਸੀਂ ਯੂਨੀਵਰਸਿਟੀ ਤੱਕ ਪਹੁੰਚਾਉਂਦੇ ਹਾਂ ਅਤੇ ਯੂਨੀਵਰਸਿਟੀ ਦੀ ਖੋਜ ਨੂੰ ਫਿਰ ਅਸੀਂ ਉਸ ਪਾਸੇ ਵੱਲ ਨੂੰ ਤੋਰਦੇ ਹਾਂ। ਸੋ ਮਾਹਰਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਕਿ ਉਹਨਾਂ ਦੇ ਵਿਭਾਗ ਕਿਸਾਨਾਂ ਦੇ ਲਈ ਕੀ ਕਰ ਰਿਹਾ। ਸੋ ਹੁਣ ਆਪਾਂ ਕਿਸਾਨਾਂ ਦੇ ਕੋਲ ਜਾਂਦੇ ਹਾਂ ਕਿ ਉਹ ਮਾਹਰਾਂ ਤੋਂ ਕੀ ਚਾਹੁੰਦੇ ਨੇ, ਕਿਹੋ ਜਿਹੇ ਸਵਾਲ ਉਹਨਾਂ ਦੇ ਮਨ ਦੇ ਵਿੱਚ ਨੇ। ਸਭ ਤੋਂ ਪਹਿਲਾ ਸਵਾਲ ਕੌਣ ਕਰੂਗਾ? ਹਾਂਜੀ, ਮੇਰਾ ਨਾਮ ਕੁਲਵਿੰਦਰ ਕੌਰ ਹੈ, ਮੈਂ ਪਿੰਡ ਟੰਡਾ ਤੋਂ ਬਿਲੋਂਗ ਕਰਦੀ ਹਾਂ। ਮੇਰਾ ਇਹ ਸਵਾਲ ਹੈ, ਜੇ ਆਪਾਂ ਪਰਾਲੀ ਨੂੰ ਖੇਤਾਂ ਵਿੱਚ ਰੱਖਦੇ ਹਾਂ ਤੇ ਉਹਦੇ ਨਾਲ ਸਾਡੇ ਨਾਲ ਸੇਂਕ ਜ਼ਿਆਦਾ ਬਹੁਤ ਵੱਧਦੀ ਆ। ਸੇਂਕ ਜਿਹੜੀ ਆ ਉਹ ਸਾਡੇ ਖੱਤਿਆਂ ਦੇ ਨਾਲ ਸਾਡੇ ਹੋਰ ਚੀਜ਼ਾਂ ਨੂੰ ਵੀ ਬਹੁਤ ਜ਼ਿਆਦਾ ਖਰਾਬ ਕਰਦੀ ਆ। ਇਸ ਲਈ ਸਾਨੂੰ ਸੇਂਕ ਦੇ ਉੱਤੇ ਕੋਈ ਵੀ ਦੱਸੋ ਵੀ ਕਿੱਦਾਂ ਇਹਨਾਂ ਮਸਲੇ ਨੂੰ ਹੱਲ ਕੀਤਾ ਜਾ ਸਕੇ। ਜਿਵੇਂ ਕਿ ਸਵਾਲ ਆਇਆ ਕਿ ਜਿਹੜਾ ਸਿਉਂਕ ਹੈ ਉਹਦਾ ਹਮਲਾ ਜਿਹੜਾ ਹੈਗਾ ਉਹ ਕਣਕ ਦੇ ਵਿੱਚ ਹੋ ਜਾਂਦਾ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸਣਾ ਚਾਹੂੰਗਾ ਕਿ ਜਿਹੜਾ ਬੀਜ ਸੋਧ ਹੈ ਤਕਨੀਕ ਜਿਹੜੀ ਦਿੱਤੀ ਹੋਈ ਯੂਨੀਵਰਸਿਟੀ ਨੇ ਉਹ ਸਾਨੂੰ ਅਪਣਾਉਣੀ ਚਾਹੀਦੀ ਹੈ। ਉਹਦੇ ਵਿੱਚ ਜਿਹੜਾ ਸਿਉਂਕ ਨੂੰ ਨਿਜਾਤ ਪਾਉਣ ਲਈ ਅਸੀਂ ਇਹ ਕਹਿੰਦੇ ਹਾਂ, ਚਾਹੇ ਤਾਂ ਤੁਸੀਂ 1 ਗ੍ਰਾਮ ਕਰੂਜ਼ਰ ਦਵਾਈ ਦਾ ਨਾਮ ਮੈਂ ਦੱਸ ਰਿਹਾ ਜੀ, ਕਰੂਜ਼ਰ ਲੈ ਲਓ 1 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ, ਜਾਂ 4 ml ਜਿਹੜੀ ਹੈਗੀ ਆ ਕਲੋਰਪੈਰੀਫੋਸ ਜਿਹੜੀ ਹੈ ਉਹ ਅਸੀਂ ਦਵਾਈ ਵਰਤ ਕੇ ਬੀਜ ਦੀ ਸੋਧ ਕਰੀਏ। ਉਹਦੇ ਨਾਲ ਕੀ ਹੋਏਗਾ ਕਿ ਜਿਹੜੀ ਇਹ ਸਿਉਂਕ ਦੀ ਸ਼ੁਰੂਆਤੀ ਅਵਸਥਾ ਦੇ ਵਿੱਚ ਹਮਲਾ ਹੁੰਦਾ ਉਹ ਉੱਤੇ ਆਪਾਂ ਨਿਜਾਤ ਪਾ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਦਵਾਈ ਹੋਰ ਆਉਂਦੀ ਹੈ ਜਿਹਦੇ ਵਿੱਚ ਉੱਲੀਨਾਸ਼ਕ ਵੀ ਹੈ ਅਤੇ ਕੀਟਨਾਸ਼ਕ ਵੀ ਹੈ। ਨਿਓਨੈਕਸ ਨਾਂ ਦੀ ਦਵਾਈ ਹੈ, ਉਹਨੂੰ ਅਸੀਂ 2 ਮਿਲੀਲੀਟਰ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਰਤਣਾ। ਮਤਲਬ ਜੇ ਅਸੀਂ ਕਿੱਲੇ ਦੀ ਗੱਲ ਕਰੀਏ 40 ਕਿਲੋ ਪਿੱਛੇ ਆਪਾਂ ਨੂੰ 80 ਮਿਲੀਲੀਟਰ ਜਿਹੜਾ ਹੈਗਾ ਉਹ ਅਸੀਂ ਉਹਦੇ ਨਾਲ ਬੀਜ ਸੋਧ ਕਰਕੇ ਜਿਹੜਾ ਸਿਉਂਕ ਅਤੇ ਕਾਂਗਿਆਰੀ ਆਉਂਦੀ ਹੈ ਜਿਹੜੀ ਉਹ ਤੋਂ ਨਿਜਾਤ ਜਿਹੜੀ ਉਹ ਪਾ ਸਕਦੇ ਹਾਂ। ਸੋ ਇਸ ਤੋਂ ਇਲਾਵਾ ਜਿਵੇਂ ਕਿ ਕੁਐਸਚਨ ਇਹ ਸੀ ਵੀ ਜਦੋਂ ਅਸੀਂ ਕਰਚੇ ਜਿਹੜੇ ਉਹ ਵਿੱਚ ਵਾਹੁੰਦੇ ਹਾਂ ਅਤੇ ਜਿਹੜੀ ਹੈਗੀ ਹੈ ਜਦੋਂ ਨਿਕਲਦੀ ਹੈ ਤਾਂ ਸਾਨੂੰ ਸਿਉਂਕ ਦੀ ਸਮੱਸਿਆ ਆਉਂਦੀ ਹੈ, ਤਾਂ ਉੱਥੇ ਯੂਨੀਵਰਸਿਟੀ ਨੇ ਇਸ ਸਾਲ ਜਿਹੜੀਆਂ ਹੈਗੀਆਂ 2 ਦਵਾਈਆਂ ਜਿਹੜੀਆਂ ਉਹ ਸਿਫਾਰਿਸ਼ ਕੀਤੀਆਂ ਨੇ। ਚਾਹੇ ਤਾਂ ਤੁਸੀਂ 7 ਕਿਲੋ ਜਿਹੜੀ ਹੈਗੀ ਆ ਮੋਰਟਲ ਨਾਂ ਦੀ ਦਵਾਈ ਆਉਂਦੀ ਹੈ, ਪਿਪਰੋਨਿਲੋਚ ਸਾਲਟ ਹੈ, ਉਹ ਆਪਾਂ ਵਰਤ ਸਕਦੇ ਹਾਂ 7 ਕਿਲੋ ਦੇ ਹਿਸਾਬ ਦੇ ਨਾਲ ਕਿੱਲੇ ਦੇ, ਜਾਂ ਫਿਰ ਜਿਹੜੀ ਆ 1.2 ਲੀਟਰ ਕਲੋਰਪੈਰੀਫੋਸ ਜਿਹੜੀ ਆ ਉਹ ਅਸੀਂ ਪਾ ਦੇਣੀ ਆ। ਅਤੇ ਉਸ ਤੋਂ ਬਾਅਦ ਜਿਹੜੀ ਆ ਇਹਨੂੰ ਅਸੀਂ ਕੀ ਕਰਨਾ ਕਿ ਜਿਹੜੀ ਰੇਤਾ ਆ ਜਿਹੜੀ ਥੋੜ੍ਹੀ ਜਿਹੀ ਸਲਾਬ ਗਿੱਲੀ ਹੋਵੇ ਉਹਦੇ 'ਚ ਮਿਕਸ ਕਰਕੇ ਪਾਉਣਾ, ਅਤੇ ਬਾਅਦ 'ਚ ਜਿਹੜਾ ਹਲਕਾ ਪਾਣੀ ਹੈਗਾ ਉਹ ਅਸੀਂ ਕਣਕ ਨੂੰ ਲਾ ਦੇਣਾ। ਹਾਂਜੀ, ਮੇਰਾ ਨਾਮ ਦੇਸਰਾਜ, ਮੈਂ ਕੋਆਪਰੇਟਿਵ ਸੁਸਾਇਟੀ ਮਿੱਠੜਾ ਦਾ ਸੈਕਟਰੀ ਵੀ ਹਾਂ ਜੀ। ਤੋ ਮੇਰਾ ਸਵਾਲ ਤਾਂ ਇਹ ਹੈ ਜੀ, ਜਿਵੇਂ ਅੱਜ ਦਾ ਕੈਂਪ ਅਸੀਂ ਅਟੈਂਡ ਕੀਤਾ, ਇਹਦੇ ਵਿੱਚ ਸਾਨੂੰ ਬੜਾ ਕੁਝ ਸੁਣਨ ਨੂੰ ਵਧੀਆ ਮਿਲਿਆ। ਤੋ ਦੇਖਣ ਦਾ ਚੱਕਰ ਇਹ ਹੈ ਵੀ ਜਿਵੇਂ ਡਾਕਟਰ ਸਾਹਿਬ ਦੱਸਦੇ ਫਸਲੀ ਚੱਕਰ ਹੈ ਕਣਕ ਔਰ ਝੋਨੇ ਦੇ ਵਿੱਚੋਂ ਨਿਕਲਣ ਦਾ, ਕਿਉਂਕਿ ਅੱਜ ਮਹਿੰਗਾਈ ਕਾਫੀ ਵੱਧ ਚੁੱਕੀ ਹੈ, ਤੋ ਜ਼ਿਮੀਂਦਾਰ ਦੀ ਜਿਹੜੀ ਹੈ ਇਨਕਮ ਸੋਰਸ ਘਟ ਰਹੀ ਹੈ। ਸੋ ਅਸੀਂ ਚਾਹੁੰਦੇ ਹਾਂ ਵੀ ਕੋਈ ਇਸ ਤਰ੍ਹਾਂ ਦਾ ਸਾਨੂੰ ਗਾਈਡ ਕੀਤਾ ਜਾਵੇ ਵੀ ਜਿਹੜਾ ਜ਼ਿਮੀਂਦਾਰ ਹੈ ਕਣਕ ਝੋਨੇ ਤੋਂ ਬਦਲ ਕੋਈ ਹੋਰ ਵੀ ਚੀਜ਼ ਜਿਹੜੀ ਆਪਣੀ ਪੈਦਾ ਕਰਕੇ ਆਪਣੀ ਇਨਕਮ ਸੋਰਸ ਵਧਾ ਸਕੇ। ਕਣਕ ਤੇ ਝੋਨੇ ਦਾ ਜਿਹੜਾ ਰਵਾਇਤੀ ਫਸਲੀ ਚੱਕਰ ਆ ਉਹਦੇ ਵਿੱਚੋਂ ਨਿਕਲਣ ਲਈ, ਜਿਸ ਤਰ੍ਹਾਂ ਚੌਹਾਨ ਸਾਹਿਬ ਤੁਸੀਂ ਗੱਲ ਕਹੀ ਹੈਗੀ ਆ, ਇੱਕੋ ਇੱਕ ਵਿਭਾਗ ਬਾਗਬਾਨੀ ਵਿਭਾਗ ਔਰ ਜਿੰਨੀਆਂ ਵੀ ਸਾਡੀਆਂ ਬਾਗਬਾਨੀ ਫਸਲਾਂ ਇਹ ਢੁਕਵਾਂ ਬਦਲਨੇ ਕਣਕ ਤੇ ਝੋਨੇ ਦੀ ਖੇਤੀ ਦਾ। ਚਾਹੇ ਇਹਦੇ ਵਿੱਚ ਤੁਸੀਂ ਨਵੇਂ ਬਾਗ ਲਾਉਣੇ ਆ 30,000 ਰੁਪਈਆ ਪਰ ਹੈਕਟੇਅਰ ਨਵੇਂ ਬਾਗ 'ਤੇ ਜਿਹੜੀ ਆ ਉਹ ਸਬਸਿਡੀ ਆ, ਜਿਹੜੀ 60% ਪਹਿਲੇ ਸਾਲ, 20% ਦੂਜੇ ਸਾਲ ਔਰ 20% ਤੀਜੇ ਸਾਲ। ਇਹਦੇ ਨਾਲ ਜਿਹੜੀ ਪ੍ਰੋਟੈਕਟਡ ਕਲਟੀਵੇਸ਼ਨ ਆ, ਪੌਲੀ ਹਾਊਸ ਦੇ ਵਿੱਚ ਸਬਜ਼ੀਆਂ ਦੀ ਫੁੱਲਾਂ ਦੀ ਪੈਦਾਵਾਰ ਕਰਨਾ, ਉਹਦੇ ਵਾਸਤੇ ਮੇਰਾ ਵਿਭਾਗ ਜਿਹੜਾ ਆ ਉਹ ਸਾਡਾ ਟ੍ਰੇਨਿੰਗ ਸੈਂਟਰ ਹੈ ਕਰਤਾਰਪੁਰ ਦੇ ਵਿੱਚ, ਸੈਂਟਰ ਆਫ ਐਕਸਲੈਂਸ ਫॉर ਵੈਜੀਟੇਬਲਸ, ਜਿਹੜਾ ਇੰਡੋ ਇਜ਼ਰਾਈਲ ਪ੍ਰੋਜੈਕਟ ਹੈ। ਉਹਦੇ ਵਿੱਚ ਅਸੀਂ ਤੁਹਾਡੀ ਜਿਹੜੀ ਢੁਕਵੀਂ ਖੇਤੀ ਆ, ਢਕਵੀਂ ਖੇਤੀ ਜਿਹੜੀ ਆ ਪ੍ਰੋਟੈਕਟਡ ਕਲਟੀਵੇਸ਼ਨ ਜਿਹੜੀ ਪੌਲੀ ਹਾਊਸ ਦੇ ਵਿੱਚ ਅਸੀਂ ਕਰਦੇ ਹਾਂ, ਉਹਦੇ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਕਿਵੇਂ ਖੇਤੀ ਕਰਨੀ ਆ। ਉਹਦੇ ਨਾਲ ਪੌਲੀ ਹਾਊਸ ਅਗਰ ਕੋਈ ਕਿਸਾਨ ਵੀਰ ਲਾਉਂਦਾ ਅਤੇ ਉਹਨੂੰ 40% ਜਿਹੜੀ ਆ ਉਹਦੇ ਉੱਤੇ ਉਹ ਸਬਸਿਡੀ ਦਿੱਤੀ ਜਾਂਦੀ ਆ। ਮੈਂ ਕਿਸਾਨ ਵੀਰਾਂ ਨੂੰ ਇਸ ਮੰਚ ਤੋਂ ਇਹ ਗੁਜ਼ਾਰਿਸ਼ ਕਰਾਂਗਾ ਕਿ ਜਿੰਨਾ ਵੀ ਨੌਜਵਾਨ
ਸਾਥੀ ਆ ਸਾਡੇ ਉਹ ਖੁੰਬਾਂ ਦੀ ਖੇਤੀ ਦੇ ਵਿੱਚ ਆਉਣ। ਮੇਰਾ ਨਾਮ ਬਲਜੀਤ ਸਿੰਘ, ਪਿੰਡ ਬੰਡਾਲਾ। ਮੇਰੇ 2 ਸਵਾਲ ਨੇ ਜੀ। ਇੱਕ ਤਾਂ ਪਰਾਲੀ ਦੀ ਸਮੱਸਿਆ ਤੇ ਦੂਜਾ ਜਿਸ ਹਿਸਾਬ ਨਾਲ ਇਸ ਵਾਰ ਮਹਿੰਗਾਈ ਹੋਈ ਆ ਤੇ ਹਰੇਕ ਕਿਸਾਨ ਦਾ ਜਿਹੜਾ ਮਨ ਸਰੋਂ ਬਿਜਾਈ ਦੇ ਵੱਲ ਹੈਗਾ ਆ ਤੇ ਉਹਦੇ ਜਦੋਂ ਸਰੋਂ ਦੀ ਆਪਾਂ ਬਿਜਾਈ ਕਰਦੇ ਆ ਤੇ ਉਹਦੇ ਨਦੀਨਾਂ ਦੀ ਉਹਦੇ ਵਿੱਚ ਜਿਹੜੇ ਨਦੀਨ ਆਉਂਦੇ ਆ ਉਹਨਾਂ ਦੀ ਰੋਕਥਾਮ ਲਈ ਆਪਾਂ ਕਿੱਦਾਂ ਰੋਕਥਾਮ ਕਰ ਸਕਦੇ ਹਾਂ। ਇੱਕ ਸਵਾਲ ਇਹ ਆ ਜੀ। ਤੇ ਦੂਜਾ ਸਵਾਲ ਜਿਹੜਾ ਪਿਛਲੇ ਸਾਲ ਕਾਫੀ ਰਕਬੇ ਦੇ ਵਿੱਚ ਸੁਪਰ ਸੀਡਰ ਦੇ ਨਾਲ ਬਿਜਾਈ ਹੋਈ ਆ। ਸੁਪਰ ਸੀਡਰ ਦੀ ਬਿਜਾਈ ਦੇ ਨਾਲ ਜਿਹੜਾ ਇੱਕ ਤਾਂ ਪਹਿਲੇ ਪਾਣੀ ਦੇ ਨਾਲ ਥੋੜ੍ਹੀ ਜਿਹੀ ਕਣਕ ਨੂੰ ਪੀਲਾਪਨ ਆਉਂਦਾ ਆ ਕਿਉਂਕਿ ਖੇਤ ਪੋਲਾ ਰਹਿੰਦਾ ਆ ਤੇ ਦੂਜਾ ਉਸ ਦੇ ਨਾਲ ਚੂਹੇ ਦੀ ਬਿਮਾਰੀ ਬਹੁਤ ਆਈ ਆ ਜੀ। ਉਹ ਆਣ ਕੇ ਬਾਅਦ 'ਚੋਂ ਝੋਨੇ ਵਿੱਚ ਵੀ ਸਮੱਸਿਆ ਆਈ ਆ ਤੇ ਕਣਕ ਵਿੱਚ ਵੀ ਸਮੱਸਿਆ ਤੇ ਉਹਦੀ ਆਪਾਂ ਜਿਹੜੀ ਆ ਕਿਸ ਤਰ੍ਹਾਂ ਉਹਦਾ ਹੱਲ ਕਰ ਸਕਦੇ ਹਾਂ ਜੀ। ਇਸ ਤਰ੍ਹਾਂ ਹੈ ਜੀ, ਜਿਹੜੀ ਸਰੋਂ ਬਹੁਤਾ ਕਰਕੇ ਆਪਣੇ ਗੋਭੀ ਸਰੋਂ ਦੀ ਕਾਸ਼ਤ ਆਪਣੇ ਇਲਾਕੇ 'ਚ ਇੱਥੇ ਕੀਤੀ ਜਾਂਦੀ ਹੈ ਜਾਂ ਦੱਖਣੀ ਪੱਛਮੀ ਜ਼ਿਲ੍ਹਿਆਂ 'ਚ ਕੁਛ ਰਾਏ ਦੀ ਕਾਸ਼ਤ ਹੁੰਦੀ ਹੈ। ਜਿਹੜੀ ਸਰੋਂ ਦੇ ਵਿੱਚ ਨਦੀਨਾਂ ਦੀ ਰੋਕਥਾਮ ਆ ਉਹ ਗੋਡੀ ਦੁਆਰਾ ਹੀ ਸੰਭਵ ਆ ਕਿਉਂਕਿ ਜਿਹੜੇ ਨਦੀਨ ਨਾਸ਼ਕ ਕੁਛ ਜਿਹੜੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਜਾਂਦੇ ਨੇ ਉਹ ਕਣਕ ਦੇ ਵਿੱਚ ਤਾਂ ਬਹੁਤ ਸਾਰੇ ਨੇ, ਪਰ ਜਿਹੜੀ ਸਰੋਂ ਆ ਇਹਦੇ ਵਿੱਚ ਬਿਜਾਈ ਤੋਂ 3 ਤੋਂ 4 ਹਫ਼ਤੇ ਬਾਅਦ ਪਹਿਲੀ ਗੋਡੀ ਤੇ ਜੇ ਲੋੜ ਹੋਵੇ ਤਾਂ 15 ਦਿਨਾਂ ਬਾਅਦ ਇੱਕ ਹੋਰ ਗੋਡੀ ਕਰਕੇ ਅਸੀਂ ਨਦੀਨਾਂ ਦੀ ਜਿਹੜੀ ਰੋਕਥਾਮ ਉਹ ਭਲੀ ਭਾਂਤੀ ਕਰ ਸਕਦੇ ਹਾਂ। ਸੋ ਦੇਖੋ ਕਿਸਾਨ ਵੀਰ ਦੀ ਅਜੇ ਤਸੱਲੀ ਨਹੀਂ ਹੋਈ ਹੈ, ਉਹ ਹੋਰ ਸਵਾਲ ਤੇ ਸਵਾਲ ਕਰਨਾ ਚਾਹੁੰਦੇ। ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਇੱਦਾਂ ਹੀ YouTube ਤੇ ਇੱਕ ਟਰਾਇਲ ਦੇਖਿਆ ਹੋਇਆ ਸੀਗਾ। ਉਹਦੇ ਵਿੱਚ ਉਹ ਇਹ ਦੱਸ ਰਹੇ ਹੋਏ ਸੀਗੇ ਕਿ ਉਹਨਾਂ ਨੇ ਬਿਜਾਈ ਦੇ ਨਾਲ ਹੀ ਪੈਂਡੀ ਦੀ ਸਪਰੇਅ ਕੀਤੀ ਸੀ 30% ਪੈਂਡੀ, ਹਾਂਜੀ 30%। ਤੇ ਬਟ ਸਾਡੇ ਮਨ ਵਿੱਚ ਇਹ ਸ਼ੰਕਾ ਸੀਗੀ ਕਿ ਉਹਦੀ ਜਿਹੜੀ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਹੈਗੀ। ਜੇਕਰ ਅਸੀਂ ਕਰੀਏ ਤਾਂ ਸਾਨੂੰ ਉਹਦਾ ਲਾਭ ਮਿਲੂਗਾ ਕਿ ਉਹਦਾ ਨੁਕਸਾਨ ਹੋਊਗਾ। ਤੇ ਤੁਸੀਂ ਸਾਨੂੰ ਦੱਸਿਆ ਕਿ ਉਹਦੀ ਗੋਡੀ ਸੰਭਵ ਆ ਤੇ ਆਪਾਂ ਇਹ ਕਹਿੰਦੇ ਵੀ ਉਹਦੀ ਕੋਈ ਸਪਰੇਅ ਹੈ ਕਿ ਆਪਾਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਨਹੀਂ, ਯੂਨੀਵਰਸਿਟੀ ਵੱਲੋਂ ਹਾਲੇ ਅਜਿਹੀ ਕੋਈ ਸਿਫਾਰਿਸ਼ ਨਹੀਂ ਕੀਤੀ ਗਈ। ਉਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ, ਕਈ ਕਿਸਾਨ ਵੀਰ ਆਪਣੇ ਤੌਰ ਤੇ ਜਿਹੜਾ ਇਹਦਾ ਛਿੜਕਾਅ ਕਰਕੇ ਨਦੀਨਾਂ ਦੀ ਰੋਕਥਾਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਾਕੀ ਇਹ ਦਵਾਈ ਦੇ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜੇ ਦਵਾਈ ਦੀ ਮਾਤਰਾ ਥੋੜ੍ਹੀ ਵੱਧ ਪਵੇ ਜਾਂ ਕਿਉਂਕਿ ਸਰੋਂ ਦਾ ਬੀਜ ਜਿਹੜਾ ਉਹ ਬਰੀਕ ਹੁੰਦਾ ਔਰ ਥੋੜ੍ਹਾ ਜਿਹਾ ਓਪਰਾ ਬੀਜਿਆ ਜਾਂਦਾ ਤੇ ਜੇ ਬੀਜ ਥੋੜ੍ਹਾ ਜ਼ਿਆਦਾ ਓਪਰਾ ਹੋ ਜਾਏ ਤਾਂ ਫਿਰ ਇਹ ਦਵਾਈ ਦੇ ਨਾਲ ਬੀਜ ਦੇ ਜੰਮ ਦੇ ਉੱਤੇ ਫਰਕ ਪੈਂਦਾ ਤਾਂ ਬੀਜ ਦਾ ਨੁਕਸਾਨ ਵੀ ਹੋ ਜਾਂਦਾ। ਸੋ ਇਸ ਕਰਕੇ ਯੂਨੀਵਰਸਿਟੀ ਵੱਲੋਂ ਹਾਲੇ ਅਜਿਹੀ ਕੋਈ ਸਿਫਾਰਿਸ਼ ਨਹੀਂ। ਸਰੋਂ ਦੇ ਵਿੱਚ ਜਿਹੜੀ ਪਹਿਲੀ ਗੋਡੀ 3 ਤੋਂ 4 ਹਫ਼ਤੇ ਬਾਅਦ ਤੇ ਦੂਜੀ ਉਸ ਤੋਂ ਫਿਰ 2 ਹਫ਼ਤੇ ਬਾਅਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਦੋਂ ਅਸੀਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਉਸ ਤੋਂ ਬਾਅਦ ਚੂਹਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ। ਡਾਕਟਰ ਸੰਜੀਵ ਜੀ ਜਵਾਬ ਦੇਣਗੇ ਕਿ ਕੀ ਕਰਨ ਕਿਸਾਨ ਵੀਰ। ਸੋ ਇਹ ਵੀ ਇੱਕ ਸਮੱਸਿਆ ਜਿਹੜੀ ਹੈਗੀ ਉਹ ਪਿਛਲੇ ਸਾਲਾਂ 'ਚ ਸਾਨੂੰ ਦੇਖਣ ਨੂੰ ਮਿਲੀ ਆ। ਸੋ ਉਹਦੇ ਵਿੱਚ ਇਹ ਆ ਵੀ ਜਿਹੜਾ ਤਾਂ ਇਹ ਕੰਮ ਹੈਗਾ ਜਿੱਥੇ ਵੀ ਚੂਹੇ ਦੀ ਸਮੱਸਿਆ ਆਊਗੀ, ਚਾਹੇ ਤਾਂ ਜਿੱਥੇ ਖਾਲੀ ਖੇਤ ਆਲੇ ਦੁਆਲੇ ਉੱਥੋਂ ਇਹ ਚੱਲਦੇ ਆ ਜਾਂ ਜਿੱਥੇ ਵੱਟ ਬੰਨਿਆਂ ਦੇ ਤੇ ਇਹਨਾਂ ਦੀਆਂ ਖੁੱਡਾਂ ਨੇ ਉੱਥੋਂ ਇਹ ਸ਼ੁਰੂ ਹੋ ਜਾਂਦਾ ਕੰਮ, ਜਾਂ ਜਿੱਥੇ ਡਰੇਨ ਚੱਲਦੀ ਹੈ, ਨਾਲੇ ਜਿਹੜੇ ਹੁੰਦੇ ਖਾਲੀ, ਉੱਥੋਂ ਜਾਨੀ ਚੂਹਾ ਜਿਹੜਾ ਹੈਗਾ ਉਹ ਆਪਣੇ ਖੇਤਾਂ 'ਚ ਆਉਂਦਾ। ਸੋ ਉਹਦੇ ਲਈ ਇਹ ਆ ਵੀ ਸਾਨੂੰ ਕਮਿਊਨਿਟੀ ਲੈਵਲ 'ਤੇ ਮਤਲਬ ਪਿੰਡ ਪੱਧਰ 'ਤੇ ਜਿਹੜੀ ਹੈਗੀ ਆ ਉਹ ਕੰਪੇਨ ਜਿਹੜੇ ਆ ਉਹ ਸਾਨੂੰ ਕਰਨੇ ਪੈਣਗੇ। ਉਹਦੇ ਵਿੱਚ 2 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਸਿਫਾਰਿਸ਼ ਹੈਗੀਆਂ ਯੂਨੀਵਰਸਿਟੀ ਵੱਲੋਂ ਵੀ ਅਸੀਂ ਜਿਹੜਾ ਹੈਗਾ ਕੰਪੇਨ ਕਰਦੇ ਹਾਂ ਵੀ ਅਸੀਂ ਜਿਹੜਾ ਚੋਗਾ ਬਣਾਉਣਾ, 2 ਚੋਗੇ ਆ, ਜਿਵੇਂ ਜ਼ਿੰਕ ਫਾਸਫਾਈਡ ਜਿਹੜੀ ਆ ਦਵਾਈ ਉਹਦਾ ਚੋਗਾ ਬਣਾਉਂਦੇ ਆ ਜਾਂ ਫਿਰ ਜਿਹੜੀ ਬ੍ਰੋਮੋਡਾਈਲ ਲਾਉਣਾ। 2 ਦਵਾਈਆਂ ਨੇ। ਚੋਗਾ ਬਣਾਉਣ ਦੀ ਵਿਧੀ ਇੱਕ ਤਰ੍ਹਾਂ ਦੀ ਹੈਗੀ ਆ ਕਿ ਅਸੀਂ 1 ਕਿਲੋ ਜਿਹੜੇ ਹੈਗੇ ਆ ਦਲਰੇ ਹੋਏ ਦਾਣੇ ਲੈ ਲੈਣੇ ਆ, ਚਾਹੇ ਜਵਾਰ ਆ, ਕਣਕ ਆ, ਚਰੀ ਆ, ਕੁਛ ਵੀ ਆ। ਔਰ ਪਹਿਲਾਂ ਕੀ ਕਰਨਾ ਕਿ ਉਹੀ ਜਿਹੜੇ ਦਾਣੇ ਹੈਗੇ ਆ ਉਹ ਅਸੀਂ ਜਿਹੜੀਆਂ ਨਵੀਆਂ ਖੁੱਡਾਂ ਆ ਜਿੱਥੇ ਬਣੀਆਂ ਹੁੰਦੀਆਂ ਤਾਜ਼ੀਆਂ ਖੁੱਡਾਂ ਉੱਥੇ ਅਸੀਂ ਉਹਨਾਂ ਨੂੰ ਪਾਉਣੇ ਆ ਕਿਉਂਕਿ ਜਿਹੜਾ ਇਹ ਚੂਹਾ ਹੈਗਾ ਥੋੜ੍ਹਾ ਜਿਹਾ ਬਹੁਤ ਸਮਝਦਾਰ ਪ੍ਰਾਣੀ ਹੈ, ਇਹ ਜਲਦੀ ਲਪੇਟ 'ਚ ਨਹੀਂ ਆਉਂਦਾ। ਸੋ ਉਹਨੂੰ ਪਹਿਲਾਂ ਅਸੀਂ ਜਿਹੜਾ ਗੇਜਾ ਪਾਉਣਾ ਜਿਹਨੂੰ ਅਸੀਂ ਕਹਿੰਦੇ ਆ, ਉਹ ਜਿਹੜਾ ਹੈਗਾ ਖਾਲੀ ਜਿਹੜੇ ਇਹ ਦਾਣੇ ਹੈਗੇ ਆ ਉਹਨਾਂ ਨਾਲ ਗੇਜਾ ਪਾਉਣਾ। ਜਦੋਂ ਉਹਨੂੰ ਵਿਸ਼ਵਾਸ ਹੋ ਜਾਂਦਾ ਵੀ ਇਹ 'ਚ ਦਵਾਈ ਨਹੀਂ ਹੈ, ਫਿਰ ਉਹ ਅਸੀਂ ਜਿਹੜੀ ਦਵਾਈ ਹੈ ਜਿਹੜਾ ਮੈਂ ਤੁਹਾਨੂੰ ਮਿਸ਼ਰਣ ਦੱਸਾਂਗਾ ਉਹਦੀ ਵਰਤੋਂ ਜਿਹੜੀ ਉਹ ਅਸੀਂ ਕਰਨੀ ਹੈ। ਸੋ ਉਹਦੇ ਵਿੱਚ ਅਸੀਂ ਕੀ ਕਰਨਾ ਕਿ 1 ਕਿਲੋ ਜਿਹੜੇ ਦਾਣੇ ਮੈਂ ਤੁਹਾਨੂੰ ਦੱਸੇ ਆ ਉਹਨੂੰ ਦੜੜ ਲੈਣਾ, 20 ਗ੍ਰਾਮ ਆਪਾਂ ਤੇਲ ਲੈ ਲੈਣਾ, ਜਿਹੜਾ ਖਾਣ ਵਾਲਾ ਤੇਲ ਆ ਚਾਹੇ ਸਰੋਂ ਦਾ ਲਾ ਲਓ। ਇੱਦਾਂ ਹੀ ਜਿਹੜੀ ਆ ਪੀਸੀ ਹੋਈ ਖੰਡ ਜਿਹੜੀ ਆ 20 ਗ੍ਰਾਮ ਉਹ ਲੈ ਲੈਣੀ ਆ। ਤੇ ਦਵਾਈ ਦੀ ਮਾਤਰਾ ਜਿਹੜੀ ਹੈਗੀ ਆ ਜ਼ਿੰਕ ਫਾਸਫੇਟ ਲਈ 25 ਗ੍ਰਾਮ ਹੈ ਤੇ ਬ੍ਰੋਮੋਡਾਈਲ ਲਾਉਣ ਲਈ ਜਿਹੜੀ ਉਹ 20 ਗ੍ਰਾਮ ਹੈ। ਇਹਨਾਂ ਨੂੰ ਅਸੀਂ ਮਿਸ਼ਰਣ ਬਣਾ ਕੇ ਇਹਦੀਆਂ ਪੂੜੀਆਂ ਬਣਾ ਲੈਣੀਆਂ। ਜਿਹੜਾ ਇਹ 1 ਕਿਲੋ ਦਾ ਮੈਂ ਸਾਰਾ ਤੁਹਾਨੂੰ ਦੱਸਿਆ ਉਹਨੂੰ ਅਸੀਂ 40 ਹਿੱਸਿਆਂ 'ਚ ਵੰਡ ਕੇ ਪੂਰੇ ਕਿੱਲੇ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਰੱਖ ਦੇਣਾ ਕੰਪੇਨ ਦੀ ਤਰ੍ਹਾਂ ਨਾਲ। ਤੇ ਇਹਦੇ ਨਾਲ ਜਿਹੜਾ ਮਿਸ਼ਰਣ ਹੈ ਜਦੋਂ ਇਹ ਚੂਹੇ ਖਾਣਗੇ ਉਹ ਜਿਹੜੇ ਆ ਉਹ ਮਰ ਜਾਂਦੇ ਆ। ਮੇਰਾ ਪਿੰਡ ਕਾਨਾ ਢੇਸੀਆਂ ਹੈ, ਮੇਰਾ ਨਾਮ ਸੇਵਾ ਸਿੰਘ ਹੈ। ਮੈਂ ਪੁੱਛਣਾ ਚਾਹੁੰਦਾ, ਜਦੋਂ ਆਪਾਂ ਪਾਣੀ ਲਾਉਂਦੇ ਕਣਕ ਨੂੰ ਉਹ ਜੰਮ ਕੇ ਪਹਿਲਾਂ ਉਹ ਠੀਕ ਹੁੰਦੀ ਆ, ਜਦੋਂ ਕੁਛ ਕਈ ਵਾਰੀ ਜ਼ਿਆਦਾ ਪਾਣੀ ਪੈ ਜਾਂਦਾ ਉਹ ਪੀਲਾ ਰੁੱਖ ਹੋ ਜਾਂਦਾ ਉਹਦਾ ਜੀ। ਉਹਨੂੰ
ਮਤਲਬ ਕਾਲੀ ਕਰਨ ਲਈ ਜਾਂ ਉਹਦੇ ਮਤਲਬ ਕੀ ਉਹਨੂੰ ਸਪਰੇਅ ਕਿਹੜੀ ਕਰਨੀ ਚਾਹੀਦੀ ਆ, ਜਾਂ ਉਹ 'ਚ ਪਾਣੀ ਜਿਹੜਾ ਆ ਜ਼ਿਆਦਾ ਪੈ ਗਿਆ ਉਹਨੂੰ ਮਤਲਬ ਕਿੱਦਾਂ ਆਪਾਂ, ਕਿੰਨੇ ਕੁ ਦਿਨਾਂ ਦੀ ਕਣਕ ਦੀ ਗੱਲ ਤੁਸੀਂ ਕਰਦੇ ਹੋ ਇਹ? ਜਿੱਦਾਂ 15-20 ਦਿਨ ਦੀ 15 ਦੀ ਗੱਲ। ਡਾਕਟਰ ਮਨਿੰਦਰ ਜੀ ਦੇ ਕੋਲ ਚੱਲਦੇ ਹਾਂ ਜੀ। ਕਿਸਾਨ ਵੀਰ ਨੇ ਬੜੀ ਇੱਕ ਵਾਜਬ ਜੀ ਸਮੱਸਿਆ ਜਿਹੜੀ ਦੱਸੀ ਹੈ ਔਰ ਬਹੁਤ ਥਾਈਂ ਇਹ ਵੇਖਣ 'ਚ ਆਉਂਦਾ। ਕਿਸਾਨ ਵੀਰੋ, ਜਦੋਂ ਅਸੀਂ ਜਿਸ ਤਰ੍ਹਾਂ ਪਹਿਲਾਂ ਟ੍ਰੈਡੀਸ਼ਨਲ ਤਰੀਕੇ ਨਾਲ ਕਣਕ ਦੀ ਬਿਜਾਈ ਕਰਦੇ ਸੀ, ਭਾਵ ਜ਼ਮੀਨ ਨੂੰ ਵਾਹ ਕੇ ਜਾਂ ਕਿਸ ਤਰ੍ਹਾਂ, ਉਦੋਂ ਅਸੀਂ ਜਿਹੜੀ ਇਹਦੇ 'ਚ ਸਿਫਾਰਿਸ਼ ਕਰਦੇ ਹਾਂ ਵੀ ਜਿਹੜਾ ਤੀਜਾ ਹਿੱਸਾ ਜਾਂ ਅੱਧੀ ਨਾਈਟ੍ਰੋਜਨ ਜਿਹੜੀ ਜ਼ਮੀਨ ਦੀ ਬਣਤਰ ਦੇ ਹਿਸਾਬ ਨਾਲ ਵੀ ਭਾਰੀ ਜ਼ਮੀਨ ਆ ਜਾਂ ਹਲਕੀ ਜ਼ਮੀਨ ਆ, ਉਹ ਅਸੀਂ ਕਹਿੰਦੇ ਹਾਂ ਕਿ ਬਿਜਾਈ ਵੇਲੇ ਪਾਉਣੀ ਚਾਹੀਦੀ ਆ। ਉਹਦਾ ਜਿਹੜਾ ਰੀਜ਼ਨ ਆ ਪਿੱਛੇ ਉਹ ਇਹੀ ਹੁੰਦਾ ਕਿ ਜੇ ਖੁਦਾ ਨਾ ਖਾਸਤਾ ਜਿਹੜੀ ਪਹਿਲੀ ਲੋੜ ਹੈ ਇਹਦੀ ਨਾਈਟ੍ਰੋਜਨ ਵਾਲੀ, ਉਹਨੂੰ ਪੂਰਾ ਕੀਤਾ ਜਾ ਸਕੇ, ਜਾਂ ਜੇ ਕਿਸੇ ਵੇਲੇ ਪਾਣੀ ਭਾਰਾ ਲੱਗ ਗਿਆ ਜਾਂ ਬਾਰਿਸ਼ ਹੋ ਗਈ, ਉਹਦੇ ਨਾਲ ਵੀ ਜਦੋਂ ਜ਼ਮੀਨ ਦੇ ਵਿੱਚ ਨਮੀ ਜ਼ਿਆਦਾ ਇਕੱਠੀ ਹੋ ਜਾਂਦੀ ਤਾਂ ਨਾਈਟ੍ਰੋਜਨ ਦੀ ਘਾਟ ਉਤਪੰਨ ਹੁੰਦੀ ਹੈ। ਉਸ ਘਾਟ ਨੂੰ ਨਾ ਉਤਪੰਨ ਹੋਣ ਦਈਏ, ਇਹਦੇ ਕਰਕੇ ਇਹ ਸਿਫਾਰਿਸ਼ ਜਿਹੜੀ ਆ ਕੀਤੀ ਜਾਂਦੀ ਸੀ ਵੀ ਕੁਛ ਨਾ ਕੁਛ ਅਮਾਊਂਟ ਜਿਹੜਾ ਨਾਈਟ੍ਰੋਜਨ ਦਾ ਉਹ ਬਿਜਾਈ ਵੇਲੇ ਜ਼ਰੂਰ ਪਾਇਆ ਜਾਵੇ। ਆਮ ਤੌਰ 'ਤੇ ਕਿਸਾਨ ਵੀਰ ਡਾਇਆ ਖਾਦ ਤਾਂ ਵਰਤ ਲੈਂਦੇ ਨੇ ਬਿਜਾਈ ਵੇਲੇ, ਪਰ ਯੂਰੀਆ ਦਾ ਉਪਯੋਗ ਨਹੀਂ ਕਰਦੇ। ਸੋ ਉਸ ਕਰਕੇ ਜਿਹੜੀ ਸਮੱਸਿਆ ਉਤਪੰਨ ਹੁੰਦੀ ਸੀ। ਜੇ ਨਹੀਂ ਵਰਤਦੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਜੇ ਉਤਪੰਨ ਹੋ ਹੀ ਜਾਵੇ, ਇਹ ਵੈਸੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਯੂਰੀਆ ਪਹਿਲਾਂ ਪਏ ਤੇ ਉਤਪੰਨ ਹੀ ਨਾ ਹੋਏ, ਪਰ ਜੇ ਉਤਪੰਨ ਹੋ ਜਾਂਦੀ ਹੈ ਕਿਸੇ ਕਾਰਨ ਕਰਕੇ, ਮੀਂਹ ਪੈ ਗਿਆ ਜਾਂ ਪਾਣੀ ਬਹੁਤ ਭਾਰਾ ਲੱਗ ਗਿਆ, ਤਾਂ ਫਿਰ ਅਸੀਂ ਉਸ ਕੇਸ ਦੇ ਵਿੱਚ ਯੂਰੀਆ ਪਾ ਵੀ ਸਕਦੇ ਹਾਂ, ਜਾਂ 2% ਯੂਰੀਆ ਦਾ ਘੋਲ ਜਿਹੜਾ ਉਹਦਾ ਛਿੜਕਾਅ ਕਰਕੇ ਫਸਲ ਦੀ ਜਿਹੜੀ ਨਾਈਟ੍ਰੋਜਨ ਦੀ ਲੋੜ ਆ ਪੂਰੀ ਕਰ ਸਕਦੇ ਹਾਂ। ਉਹਦੇ ਨਾਲ ਜੇ ਹੋਣ ਵਾਲੀ ਘਾਟ ਦਾ ਪੀਲਾ ਪਾਣਿਆ ਤਾਂ ਉਹ ਪੂਰਾ ਹੋ ਸਕਦਾ। ਦਿਲਬਾਗ ਸਿੰਘ ਪਾਸਲਾ, ਪਿਤਾ ਦਾ ਨਾਮ ਚਰਨ ਸਿੰਘ ਜੀ। ਹਾਂ, ਮੈਨੂੰ ਆਰਗੈਨਿਕ ਖੇਤੀ ਬਾਰੇ ਜ਼ਰੂਰੀ ਜਾਣਕਾਰੀ ਚਾਹੀਦੀ ਹੈ ਜੀ। ਮਤਲਬ ਬਿਨਾਂ ਖਾਦ ਤੋਂ, ਬਿਨਾਂ ਦਵਾਈ ਤੋਂ ਕਣਕ ਕਿਵੇਂ ਹੋ ਸਕਦੀ ਹੈ? ਜੀ ਮਨਿੰਦਰ ਜੀ, ਆਰਗੈਨਿਕ ਕਣਕ ਦੀ ਖੇਤੀ ਕਿਵੇਂ ਕਰ ਸਕਦੇ? ਹਾਂਜੀ, ਜਿਹੜੀ ਕਣਕ ਹੈ ਇਹਦਾ ਭਲੀਭਾਂਤੀ ਆਰਗੈਨਿਕ ਕਲਟੀਵੇਸ਼ਨ ਜਿਹੜੀ ਹੋ ਸਕਦੀ ਆ, ਇਹਦੇ ਵਿੱਚ ਖਾਦਾਂ ਦੀ ਜਿਹੜੀ ਲੋੜ ਆ ਉਹਨੂੰ ਪੂਰੀ ਕਰਨ ਲਈ ਅਸੀਂ ਜਾਂ ਤਾਂ ਹਰੀ ਖਾਦ ਕਰੀਏ। ਹਰੀ ਖਾਦ ਕਰਨ ਲਈ ਅਸੀਂ ਸਣ ਜਾਂ ਜੰਤਰ 20 ਕਿਲੋ ਬੀਜ ਪ੍ਰਤੀ ਏਕੜ ਪਾ ਲਈਏ, ਜਾਂ ਰਵਾਂ 12 ਕਿਲੋ ਪ੍ਰਤੀ ਏਕੜ ਪਾ ਲਈਏ, ਜਾਂ ਫਿਰ ਰੂੜੀ ਪਾ ਕੇ ਜਿਹੜੀ ਅਸੀਂ ਖਾਦਾਂ ਦੀ ਲੋੜ ਜਿਹੜੀ ਆ ਉਹ ਪੂਰੀ ਕਰ ਦਈਏ। ਅਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਜੇ ਨਦੀਨਾਂ ਦੀ ਗੱਲ ਕਰੀਏ ਤਾਂ ਉਹਦੇ ਵਾਸਤੇ ਸਾਨੂੰ ਹੱਥੀਂ ਗੋਡੀ ਕਰਨੀ ਪਏਗੀ, ਅਤੇ ਜੇ ਬਾਅਦ ਦੇ ਵਿੱਚ ਕੋਈ ਕੀਟਨਾਸ਼ਕ ਜਿਹੜਾ ਆਉਂਦਾ ਉਹ ਵੀ ਸਾਨੂੰ ਜਿਹੜਾ ਕਿ ਆਰਗੈਨਿਕ ਕੀਟਨਾਸ਼ਕ ਨੇ, ਜਿਸ ਤਰ੍ਹਾਂ ਨਿੰਮ ਤੋਂ ਤਿਆਰ ਕੀਤੇ ਜਿਹੜੇ ਆ, ਜਾਂ ਹੋਰ ਅਜਿਹੇ ਕੀਟਨਾਸ਼ਕ ਅਵੇਲੇਬਲ ਨੇ ਜਿਹੜੇ, ਕਿਉਂਕਿ ਕਣਕ ਦੇ ਵਿੱਚ ਵੈਸੇ ਤਾਂ ਕੀੜਾ ਮਕੌੜਾ ਘੱਟ ਆਉਂਦਾ, ਪਰ ਜੇ ਕੋਈ ਆਉਂਦਾ ਤਾਂ ਸਾਨੂੰ ਜਿਹੜੇ ਆਰਗੈਨਿਕ ਸਿਫਾਰਿਸ਼ ਕੀਤੇ ਕੀਟਨਾਸ਼ਕ ਆ ਉਹੀ ਵਰਤਣੇ ਚਾਹੀਦੇ। ਮੇਰਾ ਨਾਮ ਸਰਜੀਤ ਸਿੰਘ, ਪਿੰਡ ਰੁੜਕਾ ਕਲਾਂ ਜੀ। ਅਤੇ ਮੇਰਾ ਸਵਾਲ ਇਹ ਆ, ਜੇ ਮੈਂ ਆਪਣੇ ਮਾਂ ਡਾਕਟਰ ਆਏ ਆ ਅਤੇ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਆਪਾਂ DAP ਖਾਦ ਤਾਂ ਸੁਪਰ ਵਿੱਚ ਲਾ ਕੇ ਅਤੇ ਉਹਦੇ ਵਿੱਚ ਅੱਧਾ ਬੋਰਾ ਡਾਏ ਦਾ ਤਾਂ ਅੱਧਾ ਬੋਰਾ ਸੁਪਰ ਦਾ ਲਾ ਕੇ ਜੇ ਪਾ ਸਕਦੇ ਹਾਂ ਵੀ ਉਹਦੇ ਨਾਲ ਕੋਈ ਝਾੜ ਦੀ ਸਮੱਸਿਆ ਤਾਂ ਨਾ ਘਟੂ ਵਧੂਗੀ? ਮਨਿੰਦਰ ਜੀ, ਦੋਵੇਂ ਖਾਦਾਂ DAP ਦਾ ਅੱਧਾ ਬੋਰਾ ਤੇ ਸਿੰਗਲ ਸੁਪਰ ਫਾਸਫੇਟ ਦਾ ਅੱਧਾ ਬੋਰਾ ਮਿਕਸ ਕਰਕੇ ਕੀ ਕਣਕ ਨੂੰ ਪਾਇਆ ਜਾ ਸਕਦਾ? ਇਹਨਾਂ ਦੇ ਮਿਕਸ ਕਰਨ ਦਾ ਹੀ ਕੋਈ ਸਮੱਸਿਆ ਨਹੀਂ ਹੈ। ਗੱਲ ਸਿਰਫ ਇਸ ਗੱਲ ਨੂੰ ਸਮਝਣ ਦੀ ਹੈ ਵੀ ਅਸੀਂ ਜਿੰਨੀ ਸਿਫਾਰਿਸ਼ ਕੀਤੀ DAP ਹੈ, ਜੇ DAP ਨਹੀਂ ਵਰਤਣੀ ਤਾਂ ਉਹਦੇ ਬਦਲ 'ਚ ਸੁਪਰ ਕਿੰਨੀ ਵਰਤਣੀ ਹੈ। ਲਗਭਗ ਜਿੰਨੀ ਡਾਇਆ ਅਸੀਂ ਵਰਤ ਰਹੇ ਹਾਂ, ਜੇ ਉਹਨੂੰ ਛੱਡ ਕੇ ਅਸੀਂ ਸੁਪਰ ਵਰਤਣੀ ਹੈ ਤਾਂ 3 ਗੁਣਾ ਕਰ ਲੈਣੀ ਚਾਹੀਦੀ ਹੈ। ਜੇ ਫਾਸਫੋਰਸ ਦੀ ਲੋੜ ਗੱਲ ਕਰੀਏ ਨਾ, ਵੀ ਫਾਸਫੋਰਸ ਦੀ ਲੋੜ ਪੂਰੀ ਕਰਨੀ ਹੈ ਜਿੰਨੀ, ਮੰਨ ਲਓ ਜੇ 50 ਕਿਲੋ ਅਸੀਂ ਡਾਇਆ ਵਰਤਣੀ ਹੈ ਤੇ ਨਹੀਂ ਵਰਤ ਰਹੇ 50 ਕਿਲੋ DAP, ਤਾਂ ਫਿਰ ਸਾਨੂੰ 150 ਕਿਲੋ ਸੁਪਰ ਜਿਹੜੀ ਆ ਉਹ ਵਰਤਣੀ ਪਏਗੀ। ਸੋ ਇੱਥੇ ਇੱਕ ਨਾ ਸਟਾਲ ਲਾਈ ਹੋਈ ਆ ਸਾਡੇ ਕੈਂਪ ਦੇ ਵਿੱਚ ਬੀਬੀਆਂ ਨੇ। ਸੋਮਾ ਸੈਲਫ ਹੈਲਪ ਗਰੁੱਪ ਹੈ ਰੁੜਕਾ ਕਲਾਂ ਦਾ, ਕਾਫੀ ਲੰਬੇ ਸਮੇਂ ਤੋਂ ਬਲਾਕ ਦੇ ਵਿੱਚ ਕੰਮ ਕਰ ਰਿਹਾ। ਉਹਨਾਂ ਕੋਲ ਵੀ ਆਪਾਂ ਚੱਲਦੇ ਹਾਂ ਕਿ ਉਹ ਸਟਾਲ ਲਾਉਣ ਦਾ ਉਹਨਾਂ ਦਾ ਅੱਜ ਮੰਤਵ ਕੀ ਸੀ। ਮੇਰਾ ਨਾਮ ਸਰਬਜੀਤ ਕੌਰ ਹੈ, ਮੈਂ ਗੁਰਾਇਆ ਤੋਂ ਬਿਲੋਂਗ ਕਰਦੀ ਹਾਂ। ਅਸੀਂ ਅੱਜ ਸਟਾਲ ਇਸ ਕਰਕੇ ਇੱਥੇ ਲਗਾਈ ਹੈ ਕਿ ਜਿਹੜੇ ਲੋਕੀ ਕਹਿ ਦਿੰਦੇ ਆ ਕਿ ਸਾਨੂੰ ਖੇਤੀ 'ਚ ਘਾਟਾ ਪੈ ਗਿਆ ਜਾਂ ਸਾਡੇ ਘਰ 'ਚ ਵਿਹਲੀਆਂ ਔਰਤਾਂ ਨੇ, ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਉਹ ਘਰ 'ਚ ਵਿਹਲੀਆਂ ਨੇ ਤਾਂ ਉਹ ਆਪਣਾ ਕੰਮ ਕਰ ਸਕਦੀਆਂ ਨੇ। 10 ਬੀਬੀਆਂ ਇਕੱਠੀਆਂ ਹੋ ਕੇ ਉਹ ਆਪਣਾ ਗਰੁੱਪ ਬਣਾ ਕੇ ਕੰਮ ਕਰ ਸਕਦੀਆਂ, ਘਰ ਬੈਠ ਕੇ ਘਰ ਵਾਲੇ ਦੇ ਨਾਲ ਆਪਣਾ ਹੱਥ ਵਟਾ ਸਕਦੀਆਂ ਨੇ। ਇਸ ਕਰਕੇ ਅਸੀਂ ਅੱਜ ਇਹ ਸਟਾਲ ਤਾਂ ਲਗਾਈ ਹੋਈ ਹੈ ਕਿ ਤੁਹਾਨੂੰ ਜਿੰਨੇ ਵੀ ਇੱਥੇ ਬੈਠੇ ਹੋਏ ਨੇ ਸਾਰੇ ਬੰਦੇ, ਉਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਘਰ ਦੀਆਂ ਬੀਬੀਆਂ ਵੀ ਇਹ ਕੰਮ ਕਰ ਸਕਦੀਆਂ, ਕੋਈ ਵਿਹਲੀਆਂ ਨਹੀਂ ਬੈਠ ਸਕਦੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਘਰੇ ਤਿਆਰ ਕੀਤੀ ਹੋਈ ਸਬਜ਼ੀ ਆ ਜਿਹੜੀ, ਉਹ ਸਾਰੀਆਂ ਸਬਜ਼ੀਆਂ ਨੂੰ ਅਸੀਂ ਵਰਤੋਂ ਦੇ ਵਿੱਚ ਦੁਬਾਰਾ ਲਿਆ ਸਕਦੇ ਹਾਂ, ਉਹਨਾਂ ਨੂੰ ਪ੍ਰੀਜ਼ਰਵ ਕਰਕੇ। ਸੋ ਇਹਦੇ ਸੰਬੰਧੀ ਤੁਸੀਂ ਕੋਈ ਬੀਬੀਆਂ ਨੂੰ ਟ੍ਰੇਨਿੰਗ ਵਗੈਰਾ ਵੀ ਦਿੰਦੇ ਹੋ ਬਾਕੀ ਪਿੰਡਾਂ ਦੀਆਂ ਨੂੰ? ਹਾਂਜੀ, ਪਿੰਡਾਂ ਵਿੱਚ ਜਾ ਕੇ ਵੀ ਟ੍ਰੇਨਿੰਗ ਦਿੰਦੀ ਹਾਂ ਅਤੇ ਖੇਤੀਬਾੜੀ ਵਿਭਾਗ ਵੀ ਸਾਡੇ ਕੋਲੋਂ ਜਿੱਦਾਂ ਸਾਨੂੰ ਬੁਲਾ ਕੇ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਇਕੱਠੀਆਂ ਕਰਕੇ ਸਾਨੂੰ ਟ੍ਰੇਨਿੰਗ ਦੇਣ ਵਾਸਤੇ ਕਹਿੰਦਾ ਅਤੇ ਅਸੀਂ ਟ੍ਰੇਨਿੰਗ ਦੇਣ ਵਾਸਤੇ ਆਉਂਦੇ ਹਾਂ। ਜਿਵੇਂ ਕਿ ਹਲਦੀ ਆ, ਹਲਦੀ ਵੀ ਘਰ 'ਚ ਜ਼ਿਮੀਂਦਾਰ ਲਗਾ ਕੇ ਆਪਣੀ ਪ੍ਰੋਸੈਸਿੰਗ ਵਿੱਚ ਲਿਆ ਸਕਦੇ ਨੇ।
ਤੇ ਮਿਰਚਾਂ ਆ, ਜਦੋਂ ਕਿ ਮਿਰਚਾਂ ਘਰ 'ਚ ਸੁਕਾ ਸਕਦੇ ਨੇ। ਆਮਲੇ ਆ, ਆਮਲਿਆਂ ਦਾ ਅਸੀਂ ਮੁਰੱਬਾ ਪਾਉਂਦੇ ਆ ਜਿਹੜਾ, ਇਹਦੀ ਅਸੀਂ ਕੈਂਡੀ ਵੀ ਬਣਾ ਕੇ ਯੂਜ਼ ਕਰ ਸਕਦੇ ਆ, ਕਿਉਂਕਿ ਸਾਡੇ ਬੱਚੇ ਆਮਲਾ ਨਹੀਂ ਖਾਂਦੇ ਤੇ ਤੁਸੀਂ ਉਹਨੂੰ ਕੈਂਡੀ ਬਣਾ ਕੇ ਦੇ ਸਕਦੇ ਆ। ਜਿਵੇਂ ਕਿ ਸਬਜ਼ੀਆਂ ਲਗਾਉਂਦੇ ਆ, ਗੋਭੀ, ਗਾਜਰਾਂ, ਸ਼ਲਗਮ ਹੋ ਗਏ ਘਰ 'ਚ, ਤੁਸੀਂ ਉਹਦਾ ਅਚਾਰ ਬਣਾ ਕੇ ਵੀ ਯੂਜ਼ ਕਰ ਸਕਦੇ ਆ। ਤੇ ਇਸ ਕਰਕੇ ਸਾਰਾ ਸਮਾਨ ਜੋ ਵੀ ਇੱਥੇ ਲੱਗਾ ਆਪਣੇ ਘਰ ਦੇ ਵਿੱਚ ਹੀ ਆਪਾਂ ਸਾਰਾ ਉਗਾ ਕੇ ਉਹਨੂੰ ਵਰਤੋਂ ਵਿੱਚ ਲਿਆ ਸਕਦੇ ਆ। ਮੈਨੂੰ ਇਦਾਂ ਲੱਗਦਾ ਕਿ ਤੁਸੀਂ ਸਬਜ਼ੀਆਂ ਦੀ ਕਿੱਟ ਵੀ ਰੱਖੀ ਆ, ਦਿਖਾਓ ਜਰਾ। ਸੋ ਇਹ ਮੈਨੂੰ ਲੱਗਦਾ ਵੀ ਬਾਗਬਾਨੀ ਕੀ ਤੁਸੀਂ ਸਬਜ਼ੀਆਂ ਉਗਾਉਣ ਲਈ ਵੀ ਕਿਸਾਨ ਵੀਰਾਂ ਨੂੰ ਕਿੱਟਾਂ ਵੀ ਦੇ ਰਹੇ ਹੋ? ਹਾਂਜੀ, ਸਬਜ਼ੀਆਂ ਉਗਾਉਣ ਵਾਸਤੇ ਦੇ ਰਹੇ ਆ ਕਿ ਘਰ 'ਚ ਜਿੱਦਾਂ ਥੋੜ੍ਹੇ ਮੈਂਬਰ ਹੁੰਦੇ ਨੇ, ਬਾਹਰ ਸਪਰੇਅ ਵਾਲੀਆਂ ਸਬਜ਼ੀਆਂ ਆਉਂਦੀਆਂ ਆ, ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਵੀ ਕਿਸਾਨ ਆਪਣੇ ਘਰ 'ਚ ਨਾ ਥੋੜ੍ਹੀ ਜਿਹੀ ਬਗੀਚੀ ਜ਼ਰੂਰ ਲਗਾਵੇ ਸਬਜ਼ੀਆਂ ਦੀ, ਤਾਂ ਜੋ ਉਹ ਦਵਾਈਆਂ ਤੋਂ ਰਹਿ ਸਬਜ਼ੀਆਂ ਖਾ ਸਕਣ। ਇਸ ਕਰਕੇ ਅਸੀਂ ਸਬਜ਼ੀਆਂ ਦੀ ਕਿੱਟ ਵੀ ਦੇ ਰਹੇ ਆ ਇੱਥੇ। ਸੋ ਟ੍ਰੇਨਿੰਗ, ਥੋੜ੍ਹਾ ਜਿਹਾ ਟ੍ਰੇਨਿੰਗ ਦੱਸ ਦਿਓ, ਕਿੰਨੀ ਲੰਬੀ ਟ੍ਰੇਨਿੰਗ ਦਿੰਦੇ ਹੋ ਕਿਸਾਨ ਬੀਬੀਆਂ ਨੂੰ, ਅਤੇ ਜੇ ਕਿਸਾਨ ਵੀਰ ਵੀ ਲੈਣਾ ਚਾਹੁਣ ਇਹ ਟ੍ਰੇਨਿੰਗ ਤਾਂ ਉਹ ਵੀ ਲੈ ਸਕਦੇ ਆ? ਹਾਂਜੀ, ਬੀਬੀਆਂ ਦੇ ਨਾਲ ਜਿੱਦਾਂ ਕਿਸਾਨ ਭਰਾ ਵੀ ਲੈ ਸਕਦੇ ਨੇ ਟ੍ਰੇਨਿੰਗ। ਇਹ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ, ਜਿਵੇਂ ਕਿ ਤੇ ਸੋਮਵਾਰ ਤੋਂ ਅਸੀਂ ਸ਼ੁੱਕਰਵਾਰ ਤੱਕ ਟ੍ਰੇਨਿੰਗ ਲਗਾਉਂਦੇ ਆ। ਜਿੱਦਾਂ ਕੋਈ ਕਹਿ ਦਿੰਦਾ ਕਿ ਅਸੀਂ ਵੱਧ ਦਿਨ ਦੀ ਟ੍ਰੇਨਿੰਗ ਲਗਾਉਣੀ ਆ, ਅਸੀਂ ਇਹ 15 ਦਿਨ ਦੀ ਟ੍ਰੇਨਿੰਗ ਵੀ ਲਗਾ ਸਕਦੇ ਆ। ਲੇਕਿਨ ਇਹ ਟ੍ਰੇਨਿੰਗ ਸੀਜ਼ਨ ਦੇ ਹਿਸਾਬ ਨਾਲ ਹੁੰਦੀ, ਮੌਸਮ ਦੇ ਹਿਸਾਬ ਨਾਲ। ਗਰਮੀਆਂ ਵਾਲੀ ਅਲੱਗ ਹੈ, ਸਰਦੀਆਂ ਵਾਲੀ ਅਲੱਗ ਹੈ। ਥੋੜ੍ਹਾ ਜਿਹਾ ਤੁਹਾਡੇ ਬਣਾਏ ਹੋਏ ਅਚਾਰ ਦੇਖਣਾ ਚਾਹਾਂਗੇ ਕਿ ਕਿਹੜੇ ਅਚਾਰ ਤੁਸੀਂ ਕਿਹੜੀ ਚੀਜ਼ ਤੋਂ ਪਾਏ ਹੋਏ ਆ? ਇਹ ਅਦਰਕ ਦਾ ਅਚਾਰ ਹੈ। ਅਸੀਂ ਆਪ ਜਿੱਦਾਂ ਅਦਰਕ ਜਿਹੜਾ ਆ ਕੈਮੀਕਲ ਤੋਂ ਬਿਨਾ ਕਿਸੇ ਤੋਂ ਘਰ ਤੋਂ ਲੈ ਕੇ ਅਸੀਂ ਬਣਾਇਆ ਹੋਇਆ ਅਚਾਰ। ਇਹ ਬਿਲਕੁਲ ਤੁਸੀਂ ਅਚਾਰ ਫਰੈਸ਼ ਮਿਲੂਗਾ ਸਾਡੇ ਕੋਲ, ਜਿਹੜੀ ਵੀ ਚੀਜ਼ ਹੈ। ਇਹ ਅਦਰਕ ਦਾ ਅਚਾਰ, ਇਹਦੇ ਵਿੱਚ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਹੋਇਆ। ਜਿੰਨੇ ਵੀ ਇੱਥੇ ਅਚਾਰ ਲੱਗੇ, ਸਾਡੇ ਕੋਲ 17 ਤਰ੍ਹਾਂ ਦੇ ਅਚਾਰ ਆ, ਉਹਦੇ ਵਿੱਚ ਅਸੀਂ ਕੋਈ ਕੈਮੀਕਲ ਨਹੀਂ ਯੂਜ਼ ਕਰਦੇ। ਸਭ ਫਰੈਸ਼ ਚੀਜ਼ ਤੁਹਾਨੂੰ ਮਿਲੇਗੀ ਇੱਥੋਂ। ਕੋਈ ਇੱਦਾਂ ਨਹੀਂ ਹੈਗਾ ਵੀ ਅਸੀਂ ਕੈਮੀਕਲ ਪਾਵਾਂਗੇ ਜਾਂ ਇਹਦੇ ਵਿੱਚ ਇਹਨੂੰ ਜ਼ਿਆਦਾ ਟਾਈਮ ਰੱਖਣ ਲਈ ਕੋਈ ਇਹਦੇ ਵਿੱਚ ਨਿੰਬੂ ਨਿਚੋੜ ਦਿੰਦੇ ਆ, ਕੋਈ ਕੁਛ ਕਰ ਦਿੰਦੇ ਆ। ਅਸੀਂ ਇਹਦੇ ਵਿੱਚ ਕੁਛ ਵੀ ਨਹੀਂ ਪਾਉਂਦੇ, ਜੋ ਹੈਗਾ ਸਰੋਂ ਦਾ ਤੇਲ ਕਾੜ ਕੇ ਸਿਰਫ ਪਾਇਆ ਹੋਇਆ ਸਾਰੇ ਅਚਾਰਾਂ 'ਚ। ਸੋ ਇਹ ਸੀ ਕਿਸਾਨਾਂ ਅਤੇ ਮਾਹਰਾਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ। ਸਵਾਲਾਂ ਦੇ ਜਵਾਬ ਬਖੂਬੀ ਸਾਡੇ ਮਾਹਰਾਂ ਨੇ ਦਿੱਤੇ ਆ, ਵੱਖ-ਵੱਖ ਵਿਭਾਗਾਂ ਤੋਂ ਜਿਹੜੇ ਆਏ ਨੇ। ਕਿਸਾਨਾਂ ਨੇ ਵੀ ਆਪਣੇ ਮਨ ਦੇ ਬਲਬਲੇ ਸੀ, ਜੋ ਉਹਨਾਂ ਦੇ ਮਨ ਦੇ ਵਿੱਚ ਸਵਾਲ ਸੀ, ਉਹ ਸਾਰੇ ਮਾਹਰਾਂ ਨੂੰ ਕੀਤੇ ਆ। ਉਮੀਦ ਕਰਦਾ ਕਿ ਇਹ ਪ੍ਰੋਗਰਾਮ ਆ ਜਿਹੜਾ ਪੰਜਾਬ ਦੇ ਸਾਰੇ ਕਿਸਾਨਾਂ ਦੇ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗਾ। ਆਏ ਹੋਏ ਕਿਸਾਨਾਂ ਦਾ ਤੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ।